ਮੰਤਰੀ ਪੰਜਾਬ ਦੇ ਨਾਂ ਦੇ ਜੋ ਉੱਤੇ ਜੋ ਫੰਡ ਹੈ ਉਹ ਫੰਡ ਕਦੋਂ ਐਸਟੈਬਲਿਸ਼ ਹੋਇਆ ਤੇ ਇਹਨਾਂ 2-3 ਮਹੀਨਿਆਂ ਦੇ ਵਿੱਚ ਕਿੰਨਾ ਕੁ ਫੰਡ ਆਇਆ ਤੇ ਕਿੰਨਾ ਖਰਚਿਆ ਹੈ? ਮਾਰਚ ਮਹੀਨੇ ਦੇ ਵਿੱਚ ਕੋਵਿਡ ਪੰਜਾਬ 'ਚ ਐਂਟਰ ਕਰ ਜਾਂਦਾ ਹੈ। ਉਸ ਤੋਂ ਬਾਅਦ ਸੀਐਮ ਸਾਹਿਬ ਸਾਹਮਣੇ ਆਉਂਦੇ ਹੈ ਕਿ ਵੀ ਖਜ਼ਾਨੇ ਦੀ ਇੰਨੀ ਕੁ ਅੱਛੀ ਹਾਲਤ ਨਹੀਂ ਹੈਗੀ ਕਿ ਕਰੋਨਾ ਮਹਾਮਾਰੀ ਦੌਰਾਨ ਜਿਹੜਾ ਸਾਡਾ ਖਰਚਾ ਹੋਣਾ ਹੈ ਉਸ 'ਤੇ ਅਸੀਂ ਖੁੱਲ੍ਹ ਕੇ ਖਰਚ ਕਰ ਸਕੀਏ। ਇਸ ਕਰਕੇ ਉਹਨਾਂ ਨੇ ਇੱਕ ਅਪੀਲ ਕੀਤੀ ਆਮ ਲੋਕਾਂ ਨੂੰ, ਵਪਾਰੀਆਂ ਨੂੰ ਅਪੀਲ ਕੀਤੀ, ਲੀਡਰਸ ਸਾਹਿਬਾਨ ਨੂੰ ਅਪੀਲ ਕੀਤੀ ਕਿ ਤੁਸੀਂ ਅੱਗੇ ਆਓ ਅਤੇ ਇਸ ਪੂਰੇ ਮਾਮਲੇ ਵਿੱਚ ਆ ਕੇ ਤੁਸੀਂ ਦਾਨ ਕਰੋ। ਇਸ ਦੌਰਾਨ ਮੇਰੇ ਇੱਕ ਦਿਮਾਗ 'ਚ ਗੱਲ ਆਈ ਕਿ ਵੀ ਚੈੱਕ ਕੀਤਾ ਜਾਵੇ ਕਿ ਦਾਨ ਜਿਹੜੇ ਲੋਕਾਂ ਨੇ ਦਾਨ ਕੀਤਾ ਉਹ ਕਿੰਨਾ ਕੁ ਦਾਨ ਕੀਤਾ, ਕਿੰਨਾ ਖਰਚ ਕੀਤਾ, ਕਿੱਥੇ ਖਰਚ ਕੀਤਾ, ਕਿ ਜਿਸ ਵਾਸਤੇ ਪੈਸਾ ਆ ਰਿਹਾ ਉਸ ਵਾਸਤੇ ਪੈਸਾ ਖਰਚ ਵੀ ਹੋ ਰਿਹਾ ਜਾਂ ਨਹੀਂ ਹੋ ਰਿਹਾ। ਇਸ ਨੂੰ ਲੈ ਕੇ ਮੈਂ ਇੱਕ RTI ਪਾਈ ਸੀਐਮ ਆਫਿਸ ਨੂੰ। RTI ਜਦੋਂ ਮੇਰੇ ਕੋਲ ਪਹੁੰਚਦੀ ਤਾਂ ਮੈਂ ਖੁਦ ਉਸ ਨੂੰ RTI ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹਾਂ ਕਿ ਪੈਸਾ ਆਇਆ ਕਰੀਬ 4 ਮਹੀਨੇ ਦੌਰਾਨ 67 ਕਰੋੜ ਰੁਪਇਆ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਪਹੁੰਚ ਗਿਆ, ਜਿਹੜਾ ਕਿ ਇਹਨਾਂ ਨੇ ਇੱਕ ਪ੍ਰਾਈਵੇਟ ਬੈਂਕ ਹੈ HDFC ਉਹਦੇ 'ਚ ਜਮ੍ਹਾਂ ਕਰਾਇਆ ਸਾਰਾ ਪੈਸਾ। TV ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਪੂਰੀ ਦੁਨੀਆ ਇਸ ਵਕਤ ਕੋਵਿਡ ਮਹਾਮਾਰੀ ਨਾਲ ਜੂਝ ਰਹੀ ਹੈ। ਬਹੁਤ ਸਾਰੀਆਂ ਮਨੁੱਖੀ ਬੇਸ਼ਕੀਮਤੀ ਜਾਨਾਂ ਜਾ ਰਹੀਆਂ ਨੇ। ਬਹੁਤ ਸਾਰੇ ਲੋਕ ਇਲਾਜ ਖੁਣੋਂ ਵੀ ਜਿਹੜਾ ਇਸ ਬਿਮਾਰੀ 'ਤੇ ਗ੍ਰਸਤ ਹੋ ਰਹੇ ਨੇ ਜਾਂ ਇਹਦੀ ਭੇਟ ਚੜ੍ਹਦੇ ਨੇ। ਆਰਥਿਕਤਾ ਨੂੰ ਲੈ ਕੇ ਵੱਡੇ ਵੱਡੇ ਸਵਾਲ ਉੱਠ ਰਹੇ ਨੇ। ਵੱਡੇ ਵੱਡੇ ਮਹਾਰਥੀ, ਵੱਡੇ ਵੱਡੇ ਇਕੋਨੋਮਿਸਟ ਜਿਹੜੇ ਨੇ ਫਿਕਰਾਂ ਜ਼ਾਹਰ ਕਰ ਰਹੇ ਨੇ ਕਿ ਪੂਰੀ ਦੁਨੀਆ ਹੁਣ ਕਿਸ ਤਰ੍ਹਾਂ ਮੁੜ ਕੇ ਉੱਭਰ ਪਾਏਗੀ। ਅਜਿਹੇ 'ਚ ਇੱਕ ਵੱਡਾ ਸਵਾਲ ਅਤੇ ਇੱਕ ਵੱਡੀ ਚੁਣੌਤੀ ਇਹ ਵੀ ਬਣ ਕੇ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਜੋ ਲੋਕ ਇਸ ਵਕਤ ਇਸ ਬਿਮਾਰੀ ਦੀ ਚਪੇਟ 'ਚ ਆਏ ਹੋਏ ਨੇ, ਜਿਨ੍ਹਾਂ ਦਾ ਸਰੀਰਕ ਨੁਕਸਾਨ ਤੋਂ ਚਲੋ ਉਹ ਜ਼ਿੰਦਗੀ ਉਹਨਾਂ ਦੀ ਬਚੀ ਰਹਿ ਗਈ, ਪਰ ਮੁੜ ਕੇ ਜੋ ਉਹਨਾਂ ਦੇ ਪਿੱਛੇ ਪਰਿਵਾਰ ਵਾਲੇ ਲੋਕ ਰਹਿ ਗਏ ਜਾਂ ਉਹਨਾਂ ਨੇ ਮੁੜ ਕੇ ਆਪਣੀ ਜ਼ਿੰਦਗੀ ਚਲਾਉਣੀ ਹੈ, ਮੁੜ ਕੇ ਥੋੜ੍ਹਾ ਬਹੁਤ ਉਹ ਸਰੀਰਕ ਤੌਰ 'ਤੇ ਤੰਦਰੁਸਤੀ ਵੱਲ ਆਉਣੇ ਨੇ, ਤਾਂ ਉਹਨਾਂ ਚੀਜ਼ਾਂ ਦੇ ਵਾਸਤੇ ਕੀ ਕਿਸੇ ਕੋਲ ਕੋਈ ਸੋਚ ਹੈ, ਕੀ ਕਿਸੇ ਕੋਲ ਕੋਈ ਪਲਾਨ ਹੈ? ਇਸੇ ਨੂੰ ਮੁੱਖ ਰੱਖ ਕੇ ਦੁਨੀਆ ਪੱਧਰ ਦੇ ਉੱਤੇ ਦਾਨ ਕਰਨ ਵਾਲੇ ਲੋਕ ਵੀ ਜਿਹੜੇ ਨੇ ਇਹ ਵੱਧ ਚੜ੍ਹ ਕੇ ਹਿੱਸਾ ਪਾ ਰਹੇ ਨੇ ਕਿ ਜਿਹੜੇ ਬੰਦੇ ਚਲੋ ਸਹੀ ਸਲਾਮਤ ਨੇ, ਜਿਨ੍ਹਾਂ ਦਾ ਕੰਮਕਾਰ ਹਾਲੇ ਠੀਕ ਹੈ, ਉਹ ਦੂਜਿਆਂ ਦੀ ਮਦਦ ਕਰਨ ਲਈ ਅੱਗੇ ਆ ਰਹੇ ਨੇ। ਇਸ ਮਾਮਲੇ 'ਚ ਸਭ ਤੋਂ ਵੱਡੀ ਟੇਕ ਰੱਖੀ ਜਾਂਦੀ ਹੈ ਸਰਕਾਰਾਂ ਦੇ ਉੱਤੇ ਕਿ ਸਰਕਾਰਾਂ ਥੋੜ੍ਹੀ ਜਿਹੀ ਪਾਰਦਰਸ਼ਤਾ ਰੱਖਦੀਆਂ ਨੇ, ਅਕਾਊਂਟੇਬਿਲਟੀ ਹੁੰਦੀ ਹੈ, ਜ਼ਿੰਮੇਵਾਰੀ ਹੁੰਦੀ ਹੈ ਕਿ ਜੋ ਕੋਈ ਦਾਨ ਕਰ ਰਿਹਾ ਹੈ ਉਹਦਾ ਦਾਨ ਸਹੀ ਥਾਂ ਦੇ ਉੱਤੇ ਲੱਗੇ, ਸਦਉਪਯੋਗ ਹੋਏ। ਪਰ ਪੰਜਾਬ ਦੇ ਵਿੱਚ ਜੋ ਤਾਜ਼ਾ ਅੰਕੜੇ ਸਾਹਮਣੇ ਆਏ ਨੇ ਉਹਨਾਂ ਤੋਂ ਕੁਝ ਹੋਰ ਹੀ ਇਬਾਰਤ ਜਿਹੜੀ ਹੈ ਪੜ੍ਹੀ ਜਾ ਰਹੀ ਹੈ। ਉਸ ਮੁਤਾਬਕ ਕਈ ਕਰੋੜ ਰੁਪਈਆ ਜਿਹੜਾ ਹੈਗਾ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਦਾ ਜਿਹੜਾ ਇੱਕ ਕੋਵਿਡ ਰਾਹਤ ਕੋਸ਼ ਹੈ, ਫੰਡ ਹੈ, ਉਹਦੇ 'ਚ ਆ ਗਿਆ, ਪਰ ਸਰਕਾਰ ਉਹਨੂੰ ਖਰਚ ਨਹੀਂ ਪਾ ਰਹੀ ਉਨੀ ਜਿੰਨੀ ਮਾਤਰਾ ਦੇ ਵਿੱਚ ਫੰਡ ਆਇਆ ਹੈ। ਇਹਦੇ ਕਾਰਨ ਕੀ ਹੋ ਸਕਦੇ ਨੇ? ਇਹਦੇ ਜਵਾਬ ਤਾਂ ਖੈਰ ਸਰਕਾਰ ਨੂੰ ਦੇਣੇ ਹੋਣਗੇ, ਪਰ ਜਿਨ੍ਹਾਂ ਦਿਨਾਂ ਦੇ ਵਿੱਚ ਚੀਜ਼ ਦੀ ਜ਼ਰੂਰਤ ਹੈ, ਜਿਸ ਚੀਜ਼ ਨੂੰ, ਜਿਸ ਟਾਈਮ ਫਰੇਮ ਨੂੰ ਮੁੱਖ ਰੱਖ ਕੇ ਇਹ ਚੀਜ਼ ਲੋਕੀ ਦਾਨ ਕਰ ਰਹੇ ਨੇ, ਜੇ ਉਹਨਾਂ ਦਿਨਾਂ ਦੇ ਵਿੱਚ ਯੂਜ਼ ਨਾ ਹੋਇਆ ਤਾਂ ਮੁੜ ਕੇ ਉਹਦਾ ਤੁਸੀਂ ਕਿਸੇ ਹੋਰ ਥਾਂ 'ਤੇ ਯੂਜ਼ ਕਰਦੇ ਹੋ, ਨਹੀਂ ਕਰ ਪਾਉਂਦੇ ਹੋ, ਸਰਕਾਰ ਬਦਲ ਜਾਂਦੀ ਹੈ, ਅਕਾਊਂਟੇਬਿਲਟੀ ਕਿਹਦੀ ਹੈ? ਉਹ ਵੱਡੇ ਸਵਾਲ ਤਾਂ ਖੜੇ ਹੋਣਗੇ ਤੇ ਜਿਨ੍ਹਾਂ ਨੇ ਜਿਸ ਮਨਸ਼ਾ ਨਾਲ ਦਾਨ ਕੀਤਾ ਹੈ ਉਹ ਦਾਨ ਵੀ ਸਿਰੇ ਨਹੀਂ ਲੱਗੇਗਾ। ਇਸ ਮਾਮਲੇ ਨੂੰ ਲੈ ਕੇ ਇੱਕ ਅੱਜ ਸੱਚ ਕਹੂੰ ਗਰੁੱਪ ਆਫ ਨਿਊਜ਼ਪੇਪਰ ਜਿਹੜੇ ਪੰਜਾਬੀ ਤੇ ਹਿੰਦੀ 'ਚ ਪ੍ਰਕਾਸ਼ਿਤ ਹੁੰਦਾ ਹੈ, ਉਹਦੇ ਵਿੱਚ ਪ੍ਰਮੁੱਖਤਾ ਨਾਲ ਖਬਰ ਛਾਪੀ ਗਈ ਹੈ, ਜਿਹਦਾ ਆਧਾਰ ਕੀ ਹੈ ਤੇ ਉਹ ਜੋ ਤੱਥ ਸਾਹਮਣੇ ਆਏ ਨੇ ਉਹ ਕੀ ਨੇ। ਇਸ ਖਬਰ ਨੂੰ ਲਿਖਣ ਵਾਲੇ, ਛਾਪਣ ਵਾਲੇ ਪੱਤਰਕਾਰ ਬਿਊਰੋ ਚੀਫ ਨੇ, ਜੋ ਕਿ ਅਖਬਾਰ ਦੇ ਸੱਚ ਕਹੂੰ ਅਖਬਾਰ ਦੇ ਚੰਡੀਗੜ੍ਹ ਤੋਂ ਪੰਜਾਬ ਬਿਊਰੋ ਚੀਫ ਨੇ, ਅਸ਼ਵਨੀ ਚਾਵਲਾ ਸਾਡੇ ਨਾਲ ਬੜੇ ਹੋਏ ਨੇ। ਚਾਵਲਾ ਜੀ, ਤੁਹਾਡਾ ਸਵਾਗਤ ਹੈ ਜੀ ਸਟੂਡੀਓ 'ਚ। ਪਹਿਲਾਂ ਤਾਂ ਬਰੀਫ 'ਚ ਦੱਸੋ ਜੀ ਕੀ ਜਿਹੜੇ ਡਾਟਾ ਸਾਹਮਣੇ ਆਇਆ ਕਿ ਮੁੱਖ ਮੰਤਰੀ ਪੰਜਾਬ ਦੇ ਨਾਂ ਦੇ ਉੱਤੇ ਜੋ ਫੰਡ ਹੈ ਉਹ ਫੰਡ ਕਦੋਂ ਐਸਟੈਬਲਿਸ਼ ਹੋਇਆ ਤੇ ਇਹਨਾਂ 2-3 ਮਹੀਨਿਆਂ ਦੇ ਵਿੱਚ ਕਿੰਨਾ ਕੁ ਫੰਡ ਆਇਆ ਤੇ ਕਿੰਨਾ ਖਰਚਿਆ ਹੈ? ਮਾਰਚ ਮਹੀਨੇ ਦੇ ਵਿੱਚ ਕੋਵਿਡ ਪੰਜਾਬ 'ਚ ਐਂਟਰ ਕਰ ਜਾਂਦਾ ਹੈ। ਉਸ ਤੋਂ ਬਾਅਦ ਸੀਐਮ ਸਾਹਿਬ ਸਾਹਮਣੇ ਆਉਂਦੇ ਹੈ ਕਿ ਵੀ ਖਜ਼ਾਨੇ ਦੀ ਇੰਨੀ ਕੁ ਅੱਛੀ ਹਾਲਤ ਨਹੀਂ ਹੈਗੀ ਕਿ ਕਰੋਨਾ ਮਹਾਮਾਰੀ ਦੌਰਾਨ ਜਿਹੜਾ ਸਾਡਾ ਖਰਚਾ ਹੋਣਾ ਹੈ ਉਸ 'ਤੇ ਅਸੀਂ ਖੁੱਲ੍ਹ ਕੇ ਖਰਚ ਕਰ ਸਕੀਏ। ਇਸ ਕਰਕੇ ਉਹਨਾਂ ਨੇ ਇੱਕ ਅਪੀਲ ਕੀਤੀ ਆਮ ਲੋਕਾਂ ਨੂੰ, ਵਪਾਰੀਆਂ ਨੂੰ ਅਪੀਲ ਕੀਤੀ, ਲੀਡਰਸ ਸਾਹਿਬਾਨ ਨੂੰ ਅਪੀਲ ਕੀਤੀ ਕਿ ਤੁਸੀਂ ਅੱਗੇ ਆਓ ਅਤੇ ਇਸ ਪੂਰੇ ਮਾਮਲੇ ਵਿੱਚ ਆ ਕੇ ਤੁਸੀਂ ਦਾਨ ਕਰੋ। ਲੋਕਾਂ ਨੇ ਵੀ ਦਿਲ ਖੋਲ੍ਹ ਕੇ ਦਾਨ ਕੀਤਾ, ਵਪਾਰੀਆਂ ਨੇ ਵੀ ਕੀਤਾ, ਆਮ ਦੁਨੀਆ ਨੇ ਵੀ ਕੀਤਾ। ਕਿਸੇ ਨੇ 1000 ਦਿੱਤਾ, ਕਿਸੇ ਨੇ 1 ਕਰੋੜ ਦਿੱਤਾ ਤਾਂ ਕਿਸੇ ਨੇ 1 ਲੱਖ ਦਿੱਤਾ। ਹਰੇਕ ਨੇ ਆਪਣੀ ਕਪੈਸਿਟੀ ਅਨੁਸਾਰ ਦਾਨ ਦਿੱਤਾ। ਤਾਂ ਇਸ ਦੌਰਾਨ ਮੇਰੇ ਇੱਕ ਦਿਮਾਗ 'ਚ ਗੱਲ ਆਈ ਕਿ ਵੀ ਚੈੱਕ ਕੀਤਾ ਜਾਵੇ ਕਿ ਜਿਹੜੇ ਲੋਕਾਂ ਨੇ ਦਾਨ ਕੀਤਾ ਉਹ ਕਿੰਨਾ ਕੁ ਦਾਨ ਕੀਤਾ, ਕਿੰਨਾ ਖਰਚ ਕੀਤਾ, ਕਿੱਥੇ ਖਰਚ ਕੀਤਾ, ਕਿ ਜਿਸ ਵਾਸਤੇ ਪੈਸਾ ਆ ਰਿਹਾ ਉਸ ਵਾਸਤੇ ਪੈਸਾ ਖਰਚ ਵੀ ਹੋ ਰਿਹਾ ਜਾਂ ਨਹੀਂ ਹੋ ਰਿਹਾ। ਇਸ ਨੂੰ ਲੈ ਕੇ ਮੈਂ ਇੱਕ RTI ਪਾਈ ਸੀਐਮ ਆਫਿਸ ਨੂੰ। RTI ਜਦੋਂ ਮੇਰੇ ਕੋਲ ਪਹੁੰਚਦੀ ਤਾਂ ਮੈਂ ਖੁਦ ਉਸ ਨੂੰ RTI ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹਾਂ ਕਿ ਪੈਸਾ ਆਇਆ ਕਰੀਬ 4 ਮਹੀਨੇ ਦੌਰਾਨ 67 ਕਰੋੜ ਰੁਪਇਆ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਪਹੁੰਚ ਗਿਆ, ਜਿਹੜਾ ਕਿ ਇਹਨਾਂ ਨੇ ਇੱਕ ਪ੍ਰਾਈਵੇਟ ਬੈਂਕ ਹੈ HDFC ਉਹਦੇ 'ਚ ਜਮ੍ਹਾਂ ਕਰਾਇਆ ਸਾਰਾ ਪੈਸਾ।
ਉਹਦੇ 'ਚੋਂ ਖਰਚ ਸਿਰਫ ਦੋ ਮਦਾਂ 'ਚ ਹੁੰਦਾ ਹੈ, ਦੋ ਜਗ੍ਹਾ 'ਤੇ ਖਰਚ ਕਰਦੇ ਨੇ। ਇੱਕ ਤਾਂ ਸਾਡੇ ACP ਸਾਹਿਬ ਅਨਿਲ ਕੋਹਲੀ ਜੀ, ਜਿਹੜੇ ਕਿ ਲੁਧਿਆਣਾ ਤੋਂ ਉਹਨਾਂ ਦਾ ਸਰਗਵਾਸ ਹੋ ਗਿਆ ਸੀਗਾ ਇਸੀ ਲੜਾਈ ਦੌਰਾਨ, ਉਹਨਾਂ ਦੇ ਪਰਿਵਾਰ ਨੂੰ ਕੰਪਨਸੇਸ਼ਨ ਦੇ ਤੌਰ ਤੇ 35 ਲੱਖ ਰੁਪਈਆ ਸਰਕਾਰ ਦਿੰਦੀ ਹੈ। ਦੂਜਾ ਨੰਦੇੜ ਸਾਹਿਬ 'ਚ ਸਾਡੇ ਸ਼ਰਧਾਲੂ ਫਸ ਗਏ ਸੀ, ਕੋਟਾ 'ਚ ਸਾਡੇ ਸਟੂਡੈਂਟ ਫਸ ਗਏ ਸੀਗੇ, ਅਤੇ ਤਮਿਲਨਾਡੂ ਵਿੱਚ ਕੁਛ 34-35 ਸਾਡੇ ਪੰਜਾਬੀ ਫਸ ਗਏ ਸੀ, ਜਿਨ੍ਹਾਂ ਨੂੰ ਲਿਆਉਣ ਵਾਸਤੇ ਸਰਕਾਰੀ ਅਤੇ ਗੈਰ ਸਰਕਾਰੀ ਬੱਸਾਂ ਭੇਜੀਆਂ। ਉਹਨਾਂ 'ਤੇ 2 ਕਰੋੜ ਰੁਪਇਆ ਖਰਚ ਹੋਇਆ। 2 ਕਰੋੜ 28 ਲੱਖ ਰੁਪਈਆ ਇਸ ਦੌਰਾਨ ਸਰਕਾਰ ਨੇ ਖਰਚ ਕੀਤਾ ਹੈ। 67 ਕਰੋੜ ਸਰਕਾਰ ਕੋਲ ਆਇਆ ਹੈ। 65 ਕਰੋੜ ਰੁਪਈਆ ਅੱਜ ਸਰਕਾਰ ਦੇ ਪ੍ਰਾਈਵੇਟ ਬੈਂਕ ਵਿੱਚ ਪਿਆ। ਕੁਐਸਚਨ ਇੱਥੇ ਇਹ ਉੱਠ ਰਿਹਾ ਹੈ ਕਿ ਜਦੋਂ ਲੋਕ ਇਸ ਮਹਾਮਾਰੀ ਨਾਲ ਜੂਝ ਰਹੇ ਨੇ, ਉਸ 'ਚੋਂ ਕੱਢਣ ਵਾਸਤੇ ਖਰਚ ਦੀ ਲੋੜ ਹੈ, ਪੈਸਾ ਖਰਚਣਾ ਚਾਹੀਦਾ ਹੈ, ਪਰ ਸਰਕਾਰ ਖਰਚ ਹੀ ਨਹੀਂ ਕਰ ਰਹੀ। ਅੱਜ ਲੋਕਾਂ ਨੂੰ ਫ੍ਰੀ 'ਚ ਮਾਸਕ ਨਹੀਂ ਵੰਡੇ ਗਏ, ਅੱਜ ਲੋਕਾਂ ਨੂੰ ਫ੍ਰੀ 'ਚ ਸੈਨੀਟਾਈਜ਼ਰ ਨਹੀਂ ਵੰਡੇ ਗਏ, ਅੱਜ ਹਸਪਤਾਲਾਂ ਦੀ ਬੁਰੀ ਹਾਲਤ ਹੈ। ਰੋਜ਼ ਸਮਾਚਾਰ ਚੈਨਲਾਂ 'ਤੇ ਖਬਰ ਚੱਲਦੀ ਹੈ, ਅਖਬਾਰਾਂ 'ਚ ਨਸ਼ਰ ਹੁੰਦੀ ਹੈ ਕਿ ਉੱਥੇ ਸਫਾਈ ਨਹੀਂ ਹੈਗੀ, ਉੱਥੇ ਚਾਦਰ ਸਾਫ਼ ਨਹੀਂ ਹੈਗੀ, ਖਾਣ ਪੀਣ ਦਾ ਸਮਾਨ ਅੱਛਾ ਨਹੀਂ ਕੋਵਿਡ ਪੇਸ਼ੈਂਟ ਨੂੰ ਮਿਲ ਰਿਹਾ। ਮਤਲਬ ਕਿ ਜਿਸ ਚੀਜ਼ ਵਾਸਤੇ ਪੈਸਾ ਆਇਆ ਸੀਗਾ ਉਹਨੂੰ ਖਰਚਣ ਦੀ ਥਾਂ 'ਤੇ ਬੈਂਕ ਦੇ ਵਿੱਚ ਇੱਕ ਜਮ੍ਹਾਂ ਕਰਕੇ ਰੱਖਿਆ ਗਿਆ। ਜੀ ਇਹਦੇ 'ਚ ਇੱਕ ਤੁਹਾਡੀ ਇਸ ਤੋਂ ਪਿਛਲੀ ਖਬਰ ਆਪਾਂ ਵੱਲ ਜਾਈਏ। ਜਦੋਂ ਭਾਰਤ ਦੀ ਚੀਨ ਨਾਲ ਜਿਹੜਾ ਤਣਾਅ ਚੱਲ ਰਿਹਾ ਸੀ ਸਰਹੱਦ ਦੇ ਉੱਤੇ, ਤਾਂ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਬਿਆਨ ਆਏ ਸੀ, ਤਾਂ ਜਿਹਦੇ ਜਵਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਮੈਂ ਇੱਕ ਬਤੌਰ ਫੌਜੀ ਜਿਹੜਾ ਮੈਂ ਮਹਿਸੂਸ ਕਰਦਾ ਕਿ ਤੁਸੀਂ ਚਾਈਨਾ ਬਾਰੇ, ਜਿਹੜਾ ਚਾਈਨੀ ਸਮਾਨ ਬਾਰੇ ਕੋਈ ਸਖਤ ਫੈਸਲੇ ਲਓ ਜਾਂ ਕੁਛ ਲਓ। ਤਾਂ ਕੋਈ ਐਸੇ ਵੀ ਖੁਲਾਸੇ ਹੋਏ ਸੀ ਕਿ ਪੰਜਾਬ ਸਰਕਾਰ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹਨਾਂ ਨੂੰ ਵੀ ਜਿਹੜਾ ਚਾਈਨੀ ਕੰਪਨੀਆਂ, ਓਲਾ ਵਰਗੀਆਂ ਕੰਪਨੀਆਂ ਦੇ ਕੁਝ ਹੋਰ ਕੰਪਨੀਆਂ ਪੈਸਾ ਦੇ ਰਹੀਆਂ ਨੇ, ਉਹ ਕੀ ਹੈ, ਸਾਰਾ ਉਹ ਤੱਥ ਕੀ ਨੇ? ਜਦੋਂ CM ਸਾਹਿਬ ਨੇ ਅਪੀਲ ਕੀਤੀ ਸੀ ਕਿ ਵੀ ਸਾਡਾ ਕੋਵਿਡ ਰਾਹਤ ਫੰਡ 'ਚ ਤੁਸੀਂ ਦਾਨ ਦਿਓ, ਤਾਂ ਉਹਦੇ 'ਚ ਹੁੰਦਾ ਕੀ ਹੈ, ਜਿਸ ਸਟੇਟ ਦੇ ਵਿੱਚ ਕੋਈ ਵੀ ਮੋਬਾਈਲ ਕੰਪਨੀਆਂ, ਅਦਰ ਕੰਪਨੀਆਂ ਕੰਮ ਕਰ ਰਹੀਆਂ ਹੁੰਦੀਆਂ, ਬਿਜ਼ਨਸ ਕਰ ਰਹੀਆਂ ਹੁੰਦੀਆਂ, ਤਾਂ CM ਦੀ ਅਪੀਲ 'ਤੇ ਉਹ ਵੀ ਕੁਛ ਨਾ ਕੁਛ ਸ਼ੇਅਰ ਪਾਉਂਦੀਆਂ ਨੇ। ਇਹਦੇ Xiaomi ਕੰਪਨੀ ਹੈ, ਜਿਹਨੂੰ MI ਵੀ ਕਿਹਾ ਜਾਂਦਾ ਹੈ, ਮੋਬਾਈਲ ਕੰਪਨੀਆਂ ਬਹੁਤ ਵੱਡੀ ਚੀਨ ਦੀ, ਉਸ ਨੇ 25 ਲੱਖ ਰੁਪਈਆ CM ਰਾਹਤ ਫੰਡ 'ਚ ਦਿੱਤਾ। ਇੱਕ ਓਲਾ ਕੰਪਨੀ ਹੈ, ਉਹ ਇੰਡੀਅਨ ਅਤੇ ਫੋਰਨ ਬੇਸ ਹੈ, ਪਰ ਉਹਦਾ ਜ਼ਿਆਦਾਤਰ ਜਿਹੜਾ ਸਟੇਕ ਹੈ ਉਹ ਅੱਜ ਕੱਲ੍ਹ ਟੇਸੈਂਟ ਕੰਪਨੀ ਹੈ ਚੀਨ ਦੀ, ਉਹਦਾ ਸਟੇਕ ਹੋਲਡਰ ਉਹ ਕੰਪਨੀ ਹੈ। ਓਲਾ ਨੇ 50 ਲੱਖ ਰੁਪਈਆ ਅਤੇ MI Xiaomi ਕੰਪਨੀ ਹੈ, ਉਸ ਨੇ 25 ਲੱਖ ਰੁਪਈਆ CM ਰਾਹਤ ਫੰਡ 'ਚ ਦਾਨ ਕੀਤਾ। ਜਿਸ ਦਿਨ CM ਸਾਹਿਬ PM ਸਾਹਿਬ ਨੂੰ ਸਲਾਹ ਦੇ ਰਹੇ ਸੀਗੇ ਕਿ ਤੁਸੀਂ ਪੈਸਾ ਨਹੀਂ ਲੈਣਾ ਚਾਹੀਦਾ, ਜੇ ਲੈ ਲਿਆ ਤਾਂ ਚਲੋ ਵਾਪਸ ਕਰ ਦਿਓ, ਸੇਮ ਡੇ 'ਤੇ ਹੀ CM ਸਾਹਿਬ ਨੇ ਲਿੱਤਾ ਹੋਇਆ ਸੀਗਾ। ਉਹ ਅਸੀਂ ਖਬਰ ਵੀ ਨਸ਼ਰ ਕੀਤੀ ਕਿ ਖੁਦ ਤਾਂ ਲਿੱਤਾ ਹੋਇਆ, ਦੂਜਿਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ। ਤੁਸੀਂ ਹੈਰਾਨ ਹੋ ਜਾਓਗੇ, ਉਸ ਖਬਰ ਨਸ਼ਰ ਹੋਣ ਤੋਂ ਕਰੀਬ 15 ਦਿਨਾਂ ਬਾਅਦ ਪੈਸਾ ਵਾਪਸ ਕੀਤਾ ਜਾਂਦਾ ਹੈ, ਲੇਕਿਨ MI ਕੰਪਨੀ ਦਾ 25 ਲੱਖ ਰੁਪਏ ਦਿੱਤਾ ਜਾਂਦਾ ਹੈ। ਓਲਾ ਕੰਪਨੀ ਦਾ ਅੱਜ ਵੀ 50 ਲੱਖ ਰੁਪਇਆ ਸਰਕਾਰੀ ਫੰਡ ਦੇ ਵਿੱਚ ਜਮ੍ਹਾਂ ਪਿਆ, ਜਿਹਨੂੰ ਵਾਪਸ ਨਹੀਂ ਕੀਤਾ ਗਿਆ। ਮਤਲਬ ਕਿ ਸਿਆਸਤ ਭਾਵੇਂ ਇਹ ਗੱਲ ਦੀ ਭਾਰੂ ਰਹੀ ਹੈ ਕਿ ਚੀਨ ਨਾਲ ਸੰਬੰਧ ਨਹੀਂ ਰੱਖਣੇ, ਚੀਨ ਦਾ ਸਮਾਨ ਨਹੀਂ ਵਰਤਣਾ, ਅਤੇ ਆਪਣੇ ਹੀ ਜਿਹੜਾ ਸਰਕਾਰੀ ਬਾਬੂਆਂ ਨੇ ਸ਼ਾਇਦ ਮੁੱਖ ਮੰਤਰੀ ਨੂੰ ਸਮੇਂ ਸਿਰ ਦੱਸਿਆ ਨਹੀਂ ਕਿ ਪੈਸੇ ਤਾਂ ਸਾਡੇ ਖਾਤੇ 'ਚ ਵੀ ਆਏ ਹੋਏ ਨੇ, ਉੱਥੋਂ ਦਾਨ ਤੋਂ ਆਏ ਹੋਏ ਨੇ। ਖੈਰ ਚਲੋ ਆਪਾਂ ਇਹਨਾਂ ਦੋਨਾਂ ਖਬਰਾਂ ਤੋਂ ਥੋੜ੍ਹਾ ਜਿਹਾ ਪਾਸੇ ਹੋ ਕੇ ਗੱਲ ਕਰੀਏ। ਜਿਸ ਤਰ੍ਹਾਂ ਆਪਾਂ ਮੁੱਖ ਮੰਤਰੀ ਕੋਵਿਡ ਰਾਹਤ ਕੋਸ਼ ਹੈ, ਜਿਹਦੀ ਆਪਾਂ ਗੱਲ ਕਰ ਰਹੇ ਹਾਂ, 67 ਕਰੋੜ ਰੁਪਈਆ ਆਇਆ, ਖਰਚਾ ਮਸਾਂ ਹੀ 2-3 ਕਰੋੜ ਗਿਆ ਹੈ, ਅਤੇ ਉਹ ਵੀ 2 ਕੇਸਾਂ 'ਚ ਹੀ ਪ੍ਰਮੁੱਖ ਤੌਰ 'ਤੇ ਪਤਾ ਲੱਗ ਰਿਹਾ। ਇੱਕ ਤਾਂ ਅਨਿਲ ਕੋਹਲੀ ACP ਸੀ, ਜਿਨ੍ਹਾਂ ਦੀ ਮੌਤ ਹੋਈ ਸੀ ਡਿਊਟੀ ਦੌਰਾਨ, ਜੋ ਉਹ ਪ੍ਰਭਾਵਿਤ ਹੋ ਗਈ ਸੀ ਕਰੋਨਾ ਤੋਂ, ਹਾਲਾਂਕਿ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਸੀ। ਅਤੇ ਦੂਸਰਾ ਜਿਹੜਾ ਟਰਾਂਸਪੋਰਟੇਸ਼ਨ ਕੀਤੀ ਗਈ, ਨੰਦੇੜ ਸਾਹਿਬ ਤੋਂ ਸ਼ਰਧਾਲੂ ਲਿਆਂਦੇ ਗਏ, ਪਰ ਉੱਥੇ ਵੀ ਇੱਕ ਕਮਾਲ ਦੀ ਗੱਲ ਹੈ ਕਿ ਜਿਹੜੇ ਨਾਂਦੇੜ ਸਾਹਿਬ ਤੋਂ ਸ਼ਰਧਾਲੂ ਆਏ, ਪੰਜਾਬ ਸਰਕਾਰ ਨੇ ਆਪ ਓਫੀਸ਼ੀਅਲੀ ਇਹ ਕੈਟਾਗਰੀ ਕੱਢੀ ਸੀ ਕਿ ਟਰੈਵਲ ਹਿਸਟਰੀ ਵਾਲੇ, ਪਹਿਲਾਂ ਤਬਲੀਗੀ, ਸਭ ਤੋਂ ਪਹਿਲਾਂ NRI ਕਿਹਾ ਸੀ ਕਿ NRIs ਕਰਕੇ ਪੰਜਾਬ 'ਚ ਕਰੋਨਾ ਆਇਆ, ਨਵੇਂ ਸ਼ਹਿਰ ਤੋਂ ਕੇਸ ਆਉਂਦਾ ਹੈ। ਦੂਜੀ ਕੈਟਾਗਰੀ ਜਿਹੜੀ ਸਰਕਾਰੀ ਤੌਰ 'ਤੇ ਪੰਜਾਬ ਸਰਕਾਰ ਨੇ ਐਲਾਨੀ ਸੀ, ਉਹ ਐਲਾਨੀ ਸੀ ਤਬਲੀਗੀ ਜਮਾਤ ਵਾਲੇ ਜਿਹੜੇ ਆਏ ਨੇ। ਤੀਜੀ ਕੈਟਾਗਰੀ ਇਹਨਾਂ ਨੇ ਨੰਦੇੜ ਸਾਹਿਬ ਵਾਲੇ ਐਲਾਨੇ ਸੀ, ਜਿਹਦਾ ਇੱਕ ਵੱਡਾ ਕਾਰਨ ਇਹ ਸੀ, ਜੋ ਕਿ ਡਰਾਈਵਰਾਂ ਨੇ ਵੀ ਜੋ ਬੱਸਾਂ 'ਚ ਗਏ ਸੀ, ਕਿ AC ਲਗਾ ਕੇ ਬੱਸਾਂ ਲਿਆਂਦੀਆਂ ਗਈਆਂ ਬੰਦ ਕਰਕੇ, ਅਤੇ ਕੁਛ ਲੋਕ ਸ਼ਾਇਦ ਰਾਤ ਨੂੰ ਪਹੁੰਚੇ ਸੀ ਨੰਦੇੜ ਸਾਹਿਬ ਗੁਰਦੁਆਰੇ, ਉਹਨਾਂ ਨੂੰ ਬਿਨਾਂ ਉਹਨਾਂ ਦੇ ਟੈਸਟ ਕੀਤੇ ਉਹਨਾਂ ਨੂੰ ਲੈ ਆਂਦਾ ਗਿਆ। ਉਹਦੇ ਪਿੱਛੇ ਵੱਡਾ ਕਾਰਨ ਕੀ ਸੀ ਕਿ ਕੋਈ ਡਾਕਟਰਾਂ ਦੀ ਮਾਹਰ ਟੀਮ ਨਾਲ ਨਹੀਂ ਗਈ ਸੀ, ਅਤੇ ਕੋਈ ਚੰਗੇ ਪ੍ਰਬੰਧ ਨਹੀਂ ਕੀਤੇ ਗਏ ਸੀ। ਮਤਲਬ ਉੱਥੇ ਵੀ ਜਿਹੜਾ ਪੈਸਾ ਲਾਇਆ, ਜਦ ਕਿ ਉਸ ਨੂੰ ਕਿਸੇ ਬਿਹਤਰ ਤਰੀਕੇ ਨਾਲ ਲਗਾ ਕੇ ਉਹਨਾਂ ਸ਼ਰਧਾਲੂਆਂ ਨੂੰ ਇੱਥੇ ਲਿਆਂਦਾ ਜਾਂਦਾ, ਅਤੇ ਪੰਜਾਬ ਜਿਸ ਮੇਰੇ ਖਿਆਲ 'ਚ ਸਮੱਸਿਆ 'ਚ ਹੁਣ ਪਹੁੰਚਿਆ ਹੋਇਆ ਗਿਣਤੀ ਵਧਣ ਕਰਕੇ, ਜੇਕਰ ਨਾਂਦੇੜ ਸਾਹਿਬ ਵਾਲੇ ਇੰਨੇ ਸ਼ਰਧਾਲੂ ਨਾ ਆਉਂਦੇ ਤਾਂ ਬਠਿੰਡੇ ਵਰਗੇ ਜ਼ਿਲ੍ਹੇ, ਤਰਨਤਾਰਨ ਵਰਗੇ ਜ਼ਿਲ੍ਹਿਆਂ 'ਚ ਤਾਂ ਹੁਣ ਤੱਕ ਕੇਸ ਹੀ ਨਹੀਂ ਆਇਆ ਸੀ ਜਿੱਥੋਂ ਸਟਾਰਟ ਹੋਏ ਨੇ। ਤਾਂ ਇੱਕ ਹੀ ਲੱਗਦਾ ਹੈ ਕਿ ਕਿਉਂਕਿ ਤੁਸੀਂ ਵੀ ਜਿਹੜੀ ਸਿਆਸੀ ਸਫਾ ਦੇ ਵਿੱਚ ਸਰਗਰਮ ਰਹਿੰਦੇ ਹੋ, ਕਿ ਸਰਕਾਰ ਕਿਸੇ ਤਰ੍ਹਾਂ ਕੁਝ ਸੋਚ ਰਹੀ ਹੈ, ਕੋਈ ਮਾਹਰਾਂ ਦੀ ਟੀਮ ਬਣਾਉਣ ਬਾਰੇ ਸੋਚ ਰਹੀ ਹੈ ਵੀ ਚਲੋ ਸਾਡੇ ਕੋਲ ਫੰਡ ਤਾਂ ਇੰਨਾ ਆ ਗਿਆ 60-65 ਕਰੋੜ ਰੁਪਈਆ, ਵੀ ਇਹਨੂੰ ਲਾਈਏ ਵੀ ਚੰਗੀ ਤਰ੍ਹਾਂ ਆਪਾਂ।
ਦੇਖੋ, ਜਿਹੜੀ ਤੁਸੀਂ ਗੱਲ ਕੀਤੀ ਨੰਦੇੜ ਸਾਹਿਬ ਤੋਂ ਲੈ ਕੇ ਆਉਣ ਦੀ, ਪਹਿਲੀ ਗੱਲ ਤਾਂ ਮੈਂ ਉਰੇ ਸਰਕਾਰ ਨੂੰ ਕੁਐਸਚਨ ਮਾਰਕ ਕਰਨਾ ਚਾਹੁੰਦਾ ਕਿ ਸਰਕਾਰ ਕੋਲ ਖੁਦ ਕੋਲ 2 ਕਰੋੜ ਰੁਪਇਆ ਨਹੀਂ ਸੀ? ਕਿ ਸਰਕਾਰੀ ਖਜ਼ਾਨੇ ਦੀ ਇੰਨੀ ਪਤਲੀ ਹਾਲਤ ਹੈ ਕਿ 2 ਕਰੋੜ ਰੁਪਇਆ ਉਹਨਾਂ ਕੋਲ ਨਹੀਂ ਆਪਣੇ ਬੰਦੇ ਨੂੰ ਲੈਣਾ ਸੀ? ਆਖਰ ਉਹ ਸਟੇਟ ਦੇ ਵਸਨੀਕ ਸੀ, ਸਾਡੇ ਪੰਜਾਬੀ ਸੀਗੇ, ਕਿ ਉੱਥੇ ਵੀ ਦਾਨ ਦਾ ਪੈਸਾ ਖਰਚਿਆ ਜਾਊਗਾ? ਲੋਕਾਂ ਨੇ ਦਾਨ ਦਿੱਤਾ ਉਹਨਾਂ ਵਾਸਤੇ ਜਿਹੜੇ ਗਰੀਬ ਨੇ ਜਾਂ ਜਿਹੜੇ ਇਲਾਜ ਕਰਵਾਉਣ ਲਈ ਹਸਪਤਾਲਾਂ 'ਚ ਨੇ। ਹਸਪਤਾਲਾਂ 'ਚ ਨੇ, ਉਹਨਾਂ ਦੀ ਦੇਖ ਰੇਖ ਵਾਸਤੇ ਦਿੱਤਾ ਕਿ ਵੀ ਉਹਨਾਂ 'ਤੇ ਤੁਸੀਂ ਖਰਚੋ ਜਿਹੜੇ ਕਰੋਨਾ ਦੇ ਉਸ 'ਚ ਆ ਚੁੱਕੇ ਨੇ। ਹੁਣ ਟਰਾਂਸਪੋਰਟੇਸ਼ਨ 'ਤੇ ਖਰਚ ਕਰਤਾ, ਤੁਸੀਂ ਮੰਨੋਗੇ ਕਿ 100-150 ਬੱਸ ਇਹ ਕਹਿੰਦੇ ਆ ਕਿ ਵੀ ਮੁੰਬਈ ਨੰਦੇੜ ਸਾਹਿਬ ਗਈ, ਜਿਸ 'ਤੇ 2 ਕਰੋੜ ਰੁਪਏ ਇਹਨਾਂ ਨੇ ਪੇ ਕਰਤਾ। ਕਿ ਇਹ ਹੋ ਸਕਦਾ 150 ਬੱਸ ਜਾਵੇ, ਆਉਣ ਜਾਣ ਦੇ ਖਰਚ 2 ਕਰੋੜ ਰੁਪਇਆ ਹੋ ਜੇ? ਇਹ ਵੀ ਚੈਕਿੰਗ ਦਾ ਇੱਕ ਇਸ਼ੂ ਬਣਦਾ। ਚਲੋ ਇਹਨਾਂ ਨੇ ਦੇਤਾ, ਕੋਈ ਇਸ਼ੂ ਨਹੀਂ, ਪਰ ਦੇਣਾ ਚਾਹੀਦਾ ਸੀ ਇਹਨਾਂ ਨੂੰ ਆਪਣੇ ਸਰਕਾਰੀ ਖਰਚੇ 'ਚੋਂ, ਦੇਤਾ ਇਹਨਾਂ ਨੇ ਦਾਨ 'ਚੋਂ। ਮੈਂ ਉੱਥੇ ਹੀ ਹੁਣ ਅਨਿਲ ਜੀ 'ਤੇ ਗੱਲ ਆ ਰਿਹਾ, ਅਨਿਲ ਕੋਹਲੀ ਜੀ 'ਤੇ। ਉਹ ਸਰਕਾਰੀ ਮੁਲਾਜ਼ਮ ਸੀਗੇ, ACP ਸੀਗੇ, ਕਿ ਸਰਕਾਰ ਆਪਣੇ ਮੁਲਾਜ਼ਮ ਨੂੰ ਸਰਕਾਰੀ ਫੰਡ 'ਚੋਂ ਪੈਸਾ ਦੇਊਗੀ ਜਾਂ ਦਾਨ 'ਚ ਆਏ ਹੋਏ ਪੈਸਿਆਂ 'ਚੋਂ ਦੇਊਗੀ? ਸਰਕਾਰ ਨੇ ਦਿੱਤਾ, ਜਿਹੜਾ ਲੋਕਾਂ ਨੇ, ਕਿਸੇ ਨੇ 1000 ਦਾਨ ਕੀਤਾ, ਕਿਸੇ ਨੇ 500 ਕੀਤਾ, ਕਿਸੇ ਨੇ 700 ਕੀਤਾ, ਉਹਨਾਂ ਨੇ ਦਾਨ ਕਰਦੇ ਹੋਏ ਇਹ ਤਾਂ ਨਹੀਂ ਸੋਚਿਆ ਸੀਗਾ ਕਿ ਵੀ ਇਹ 35 ਲੱਖ ਰੁਪਇਆ ਤੁਸੀਂ ਆਪਣੇ ਇੱਕ ਮੁਲਾਜ਼ਮ ਦੀ ਡੈਥ 'ਤੇ ਦਿਓਗੇ। ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਨਾ, ਸਰਕਾਰੀ ਜ਼ਿੰਮੇਵਾਰੀ ਦਾਨ ਥੋੜ੍ਹੀ ਪੂਰਾ ਕਰੂਗਾ, ਜਾਂ ਪੰਜਾਬ ਦੇ ਆਮ ਲੋਕ ਥੋੜ੍ਹੀ ਪੂਰਾ ਕਰਨਗੇ। ਇਹ ਦੋਨੋਂ ਹੀ ਜਿਹੜੇ ਮੱਦ ਹੋਏ ਨੇ, ਇਸ 'ਤੇ ਵੀ ਕੁਐਸਚਨ ਮਾਰਕ ਹੈ ਬੜਾ ਵੱਡਾ। ਦੂਜੀ ਗੱਲ ਤਾਂ ਦੇਖੋ ਇਹ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ, ਜਿਵੇਂ ਤੁਸੀਂ ਨੰਦੇੜ ਦੀ ਗੱਲ ਕੀਤੀ ਹੈ, ਸਰਕਾਰ ਤੇ ਅਕਾਲੀ ਦਲ, ਖਾਸ ਕਰ ਬੀਬਾ ਹਰਸਿਮਰਤ ਕੌਰ ਬਾਦਲ, ਇਹਨਾਂ ਦੇ ਵਿੱਚ ਬੜੀ ਸ਼ਬਦੀ ਜੰਗ ਚੱਲੀ। ਉਹਨਾਂ ਦਿਨਾਂ 'ਚ ਪ੍ਰੈਸ ਨੋਟ ਸਵੇਰੇ ਮੁੱਖ ਮੰਤਰੀ ਦਾ ਆਇਆ ਹੁੰਦਾ ਸੀ, ਜਵਾਬ ਵਿੱਚ ਹਰਸਿਮਰਤ ਕੌਰ ਬਾਦਲ ਦਾ ਆਇਆ ਹੁੰਦਾ ਸੀ। ਉਹ ਦਾਅਵਾ ਕਰ ਰਹੇ ਸੀ ਕਿ ਕੇਂਦਰ ਤੋਂ ਜਿਹੜਾ ਅਮਿਤ ਸ਼ਾਹ ਨੂੰ ਕਹਿ ਕੇ ਉਹਨਾਂ ਨੇ ਲਿਆਂਦੇ ਨੇ, ਪ੍ਰਬੰਧ ਕਰਾਏ ਨੇ ਆਉਣ ਦੇ। ਸਰਕਾਰ ਲੱਗੀ ਹੋਈ ਸੀ ਆਪਣੀ ਵਾਹਵਾ ਖੱਟਣ 'ਚ, ਤੇ ਪੈਸਾ ਖਰਚਿਆ ਗਿਆ। ਕਿਸੇ ਨੇ 50 ਰੁਪਏ, ਕਿਸੇ ਨੇ 1000 ਰੁਪਇਆ, ਕਿਸੇ ਨੇ 5000 ਰੁਪਇਆ ਦਾਨ ਕੀਤਾ ਹੈ। ਮਤਲਬ ਇਸ 'ਤੇ ਵੀ ਸਿਆਸਤ ਜਿਹੜੀ ਕਿੰਨੀ ਜ਼ਿਆਦਾ ਭਾਰੂ ਰੱਖੀ ਗਈ ਹੈ ਪੰਜਾਬ ਦੇ ਵਿੱਚ। ਬਿਲਕੁਲ ਸਿਆਸਤੀ ਹੋਈ ਹੈ, ਜੇਬ 'ਚੋਂ ਕਿਸੇ ਨੇ ਨਾ ਆਪਣੀ ਜੇਬ ਨੂੰ ਹਿਲਾਇਆ ਤੱਕ ਨਹੀਂ। ਜਦੋਂ ਹਰਸਿਮਰਤ ਕੌਰ ਬੀਬਾ ਪੂਰਾ ਐਲਾਨ ਕਰ ਰਹੇ ਸੀ, ਤਾਂ ਕੀ ਸੈਂਟਰ ਗੌਰਮੈਂਟ ਕੋਲ ਪੈਸਾ ਨਹੀਂ ਸੀਗਾ? ਸੈਂਟਰ ਗੌਰਮੈਂਟ ਵੀ ਖਰਚਾ ਕਰ ਸਕਦੀ ਸੀ। ਸੈਂਟਰ ਗੌਰਮੈਂਟ ਨੇ ਪੰਜੀ ਨਹੀਂ ਖਰਚ ਕੀਤੀ। ਉਹ ਆਏ, ਪੰਜਾਬ ਦੀਆਂ ਬੱਸਾਂ 'ਤੇ ਆਏ। ਪੰਜਾਬ ਸਰਕਾਰ ਦੇ ਚੋਂ CM ਸਾਹਿਬ ਨੇ ਬੜਾ ਵੱਡਾ ਐਲਾਨ ਕੀਤਾ ਕਿ ਅਸੀਂ ਲੈ ਕੇ ਆ ਰਹੇ ਹਾਂ, ਤੁਸੀਂ ਨਹੀਂ ਲੈ ਕੇ ਆ ਰਹੇ। ਇਹ ਲੈ ਕੇ ਆ ਰਹੇ ਨੇ ਪੰਜਾਬ ਦੀ ਉਹ ਜਨਤਾ, ਗਰੀਬ ਜਨਤਾ ਜਿਨ੍ਹਾਂ ਨੇ ਦਾਨ ਦਿੱਤਾ, ਉਹ ਉਦਯੋਗਪਤੀ ਜਿਨ੍ਹਾਂ ਨੇ ਦਾਨ ਦਿੱਤਾ। ਖਰਚ ਤੁਸੀਂ ਉਹਨਾਂ ਪਾਸੇ ਤੋਂ ਕਰ ਰਹੇ ਹੋ, ਕ੍ਰੈਡਿਟ ਤੁਸੀਂ ਲੈ ਰਹੇ ਹੋ। ਕ੍ਰੈਡਿਟ ਵਾਰ ਦੇ ਵਿੱਚ ਸਭ ਤੋਂ ਅੱਗੇ ਰਹੀ ਹਰਸਿਮਰਤ ਕੌਰ ਬੀਬਾ, ਕ੍ਰੈਡਿਟ ਵਾਰ 'ਚ ਰਹੇ ਪੰਜਾਬ ਦੇ CM ਦੇ ਮੁੱਖ ਮੰਤਰੀ ਰਹੇ, ਸਭ ਤੋਂ ਅੱਗੇ ਰਹੇ, ਅਤੇ ਖਰਚ ਕੋਈ ਹੋਰ ਕਰ ਰਿਹਾ। ਕੀ ਅਗਰ ਇਹ ਕੋਵਿਡ 'ਚ ਦਾਨ ਨਾ ਆਇਆ ਹੁੰਦਾ, ਕੀ ਉਹ ਵਾਪਸ ਆ ਜਾਂਦੇ? ਨਹੀਂ ਆ ਪਾਉਂਦੇ। ਕਿੱਥੋਂ ਖਰਚ ਕਰਦੇ? ਜੇ ਉੱਥੇ ਖਰਚ ਕਰਦੇ ਤਾਂ ਉਸ ਟਾਈਮ ਵੀ ਖਜ਼ਾਨੇ 'ਚੋਂ ਖਰਚ ਹੋਣਾ ਸੀਗਾ, ਤਾਂ ਹੁਣ ਵੀ ਕਰ ਲੈਂਦੇ। ਨਹੀਂ ਕੀਤਾ ਇਹਨਾਂ ਨੇ। ਕ੍ਰੈਡਿਟ ਵਾਰ ਤਾਂ ਇਹਨਾਂ ਨੇ ਕੀਤੀ, ਪਰ ਆਪਣੀ ਜੇਬ 'ਚੋਂ ਧੇਲਾ ਵੀ ਨਹੀਂ ਖਰਚਿਆ। ਜੀ ਦੇਖੋ, ਇਹ ਇੱਕ ਚਿਹਰਾ ਵੈਸੇ ਤਾਂ ਸਾਨੂੰ ਪਤਾ ਹੀ ਹੁੰਦਾ ਕਿ ਸਿਆਸਤਦਾਨਾਂ ਦਾ ਅਸਲੀ ਚਿਹਰਾ ਕੀ ਹੁੰਦਾ ਹੈ, ਪਰ ਇਹ ਤੱਥਾਂ ਦੇ ਨਾਲ ਚਿਹਰਾ ਸਾਹਮਣੇ ਆਇਆ ਹੈ। ਅਸ਼ਵਨੀ ਚਾਵਲਾ ਜੋ ਕਿ ਨਾਮਵਰ ਪੱਤਰਕਾਰ ਨੇ ਤੇ ਬੜੀ ਖੋਜੀ ਪੱਤਰਕਾਰਤਾ ਲਈ ਜਾਣੇ ਜਾਂਦੇ ਨੇ ਚੰਡੀਗੜ੍ਹ ਦੀਆਂ ਪੰਜਾਬ ਬਿਊਰੋ ਦੀਆਂ ਸਫਾਂ ਦੇ ਵਿੱਚ, ਕਿ ਜੋ ਕੋਵਿਡ ਦੇ ਨਾਂ 'ਤੇ ਮੁੱਖ ਮੰਤਰੀ ਸਾਹਿਬ ਦੇ ਰਾਹਤ ਕੋਸ਼ ਦੇ ਵਿੱਚ 60-65-67 ਕਰੋੜ ਰੁਪਇਆ ਆਇਆ ਹੈ, ਉਸ ਤੋਂ ਜਿਹੜਾ ਖਰਚਿਆ ਵੀ ਗਿਆ 2 ਕੇਸਾਂ 'ਚ। ਇੱਕ ਅਨਿਲ ਕੋਹਲੀ ACP ਜੋ ਕਿ ਡਿਊਟੀ ਦਿੰਦੇ ਹੋਏ ਜਿਹੜੇ ਕੋਵਿਡ ਤੋਂ ਪ੍ਰਭਾਵਿਤ ਹੋ ਗਏ ਸੀ ਤੇ ਮੁੜ ਕੇ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦੀ ਮੌਤ ਹੋ ਗਈ ਸੀ, ਉਹਨਾਂ ਦੇ ਪਰਿਵਾਰ ਨੂੰ ਮਦਦ ਕੀਤੀ ਹੈ। ਤੇ ਨੰਦੇੜ ਸਾਹਿਬ 'ਚ ਜਿਹੜੇ ਸ਼ਰਧਾਲੂ ਫਸ ਗਏ ਸੀ, ਉਹਨਾਂ ਨੂੰ ਪੰਜਾਬ ਲਿਆਉਣ ਵਾਸਤੇ ਸਿਆਸਤ ਆਪਣੀ ਕੀਤੀ ਹੈ। ਪੈਸਾ ਸਾਡਾ ਤੁਹਾਡਾ ਜੇਬਾਂ 'ਚੋਂ ਗਿਆ ਹੀ ਕੱਟਿਆ, ਜਿਹੜਾ ਕਿਸੇ ਨੇ 100 ਰੁਪਇਆ, ਕਿਸੇ ਨੇ 500, ਕਿਸੇ ਨੇ 1000, ਚਲੋ ਕਿਸੇ ਨੇ ਵੱਡੀ ਕੰਪਨੀ ਨੇ 25 ਲੱਖ 50 ਲੱਖ ਕੀਤਾ ਹੋਏਗਾ। ਸੋ ਇਹ ਹੁਣ ਮੇਰੇ ਖਿਆਲ 'ਚ ਆਪਾਂ ਇਹ ਉਮੀਦ ਕਰ ਸਕੀਏ, ਜੋ ਤੁਹਾਡੇ ਵੱਲੋਂ ਖੁਲਾਸਾ ਹੋਇਆ, ਇਹ ਖਬਰ ਅੱਜ ਦੁਨੀਆ 'ਚ ਜਾਰੀ ਹੈ, ਕਿ ਜਿਹੜਾ ਬਾਕੀ 60-65 ਕਰੋੜ ਰੁਪਈਆ ਹੈ, ਜਾਂ ਜੇ ਹੋਰ ਆਉਣਾ ਵੀ ਹੈ, ਤਾਂ ਉਹਦਾ ਸਦਉਪਯੋਗ ਹੋ ਜੇ ਘੱਟੋ ਘੱਟ। ਦੇਖੋ, ਮੈਂ ਤਾਂ ਇਹ ਕਹੂੰਗਾ ਹੋਣਾ ਚਾਹੀਦਾ ਹੈ। ਹੁਣ CM ਸਾਹਿਬ ਜਾਂ ਆਪਣੇ ਸਾਡੇ DC ਸਾਹਿਬਾਨ ਇੱਕੋ ਹੀ ਅਪੀਲ ਕਰਦੇ ਕਿ ਮਾਸਕ ਪਾ ਕੇ ਰੱਖੋ। ਮਾਸਕ 2 ਤੋਂ 5 ਰੁਪਏ ਦੇ ਵਿੱਚ ਆ ਜਾਂਦਾ। ਸਰਕਾਰ ਲਵੇ ਤਾਂ ਮਨ ਕਰੇ 1.5 ਜਾਂ 2 ਰੁਪਏ ਦਾ ਉਹਨਾਂ ਕੋਲ ਪਹੁੰਚ ਜੇ। 3 ਕਰੋੜ ਪੰਜਾਬ ਦੀ ਆਬਾਦੀ ਹੈ, ਜੇ ਫ੍ਰੀ 'ਚ ਸਾਰੀ ਆਬਾਦੀ ਨੂੰ, ਚਾਹੇ ਗਰੀਬ ਹੈ, ਅਮੀਰ ਹੈ, ਮੱਧ ਵਰਗੀ ਹੈ, ਸਾਰਿਆਂ ਨੂੰ ਵੰਡਦਾ ਨੇ। ਇਹ 6-7 ਕਰੋੜ ਨਹੀਂ ਖਰਚਾ ਆਉਂਦਾ ਜੀ। ਮਾਸਕ ਅਸੀਂ ਵੰਡਣੇ ਨਹੀਂ, ਸੈਨੀਟਾਈਜ਼ਰ ਅਸੀਂ ਵੰਡਣਾ ਨਹੀਂ, ਲੋਕਾਂ ਦਾ ਪੈਸਾ ਦਾਨ ਕੀਤਾ ਹੋਇਆ ਅਸੀਂ ਬੈਂਕ ਅਕਾਊਂਟ 'ਚ ਰੱਖਣਾ ਹੈ। ਕਦੋਂ ਖਰਚਣਗੇ ਪੈਸਾ? ਜਦੋਂ ਕੋਵਿਡ ਖਤਮ ਹੋ ਜਾਊਗਾ। ਜ਼ਰੂਰਤ ਅੱਜ ਹੈ, ਖਰਚ ਅੱਜ ਹੋਣਾ ਚਾਹੀਦਾ ਹੈ, ਨਾ ਕਿ ਜਦੋਂ ਕੋਵਿਡ ਖਤਮ ਹੋ ਜਾਊਗਾ ਉਦੋਂ। ਦੂਜਾ ਇੱਕ ਵੱਡਾ ਪਹਿਲੂ ਇਹ ਵੀ ਹੈ ਕਿ ਸਰਕਾਰ ਕਿੰਨਾ ਜ਼ੋਰ ਸ਼ੋਰ ਲਾ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਆਨਲਾਈਨ ਸਕੂਲਾਂ ਦੀਆਂ ਫੀਸਾਂ, ਆਨਲਾਈਨ ਪੜ੍ਹਾਈਆਂ ਦਾ ਹੈ, ਉਹ ਕੇਸ ਲੜਨ 'ਤੇ ਵਕੀਲਾਂ ਦੀ ਫੌਜ ਵੀ ਲਾ ਰਹੀ ਹੈ, ਸਮਾਂ ਵੀ ਲੱਗ ਰਿਹਾ ਹੈ। ਤਾਂ ਉਹ ਕੋਈ ਇਸ ਫੰਡ ਨੂੰ ਕਿਸੇ ਤਰ੍ਹਾਂ ਅਗਰ ਕੋਈ ਨਿਯਮ ਇਜਾਜ਼ਤ ਦੇਣ, ਤਾਂ ਇਸ ਪਾਸੇ ਵੀ ਲਾਇਆ ਜਾ ਸਕਦਾ ਹੈ ਕਿ ਜਿਹੜੇ ਸਕੂਲ ਕਹਿੰਦੇ ਨੇ ਕਿ ਅਸੀਂ ਵਿੱਤੀ ਤੌਰ ਦੇ ਉੱਤੇ ਤੰਗ ਆ, ਮਾਪੇ ਕਹਿੰਦੇ ਕਿ ਸਾਡੀ ਨੌਕਰੀਆਂ ਚਲੀਆਂ ਗਈਆਂ, ਤਾਂ ਇੱਕ ਸੀਮਤ ਜੀ ਜਿਹੜੀ ਹੈਗੀ ਹੈ ਅਮਾਊਂਟ ਤੈਅ ਕਰਕੇ ਉਸ ਪਾਸੇ ਇਸ ਚੀਜ਼ ਨੂੰ ਵਰਤਿਆ ਜਾ ਸਕਦਾ ਹੈ। ਫਿਰ ਕਈ ਰਾਹ ਬਚਦੇ ਨੇ, ਸਰਕਾਰ ਦੀ ਨੀਅਤ ਹੋਵੇ, ਸਿਆਸਤ ਨਾ ਕਰਨੀ ਹੋਏ ਸਰਕਾਰ ਨੇ। ਸੋ ਚਾਵਲਾ ਜੀ, ਕੁਝ ਹੋਰ ਕਹਿਣਾ ਚਾਹੋਗੇ? ਦੇਖੋ, ਜਿਹੜੀ ਤੁਸੀਂ ਗੱਲ ਕੀਤੀ ਦੂਜੇ ਮੱਦਾਂ 'ਚ ਖਰਚ ਕਰਨ ਦੀ, ਜਦੋਂ ਰਿਲੀਫ ਫੰਡ ਬਣਦਾ ਨਾ ਜੀ, ਉਸ 'ਤੇ ਕੋਈ ਨਿਯਮ ਲਾਗੂ ਨਹੀਂ ਹੁੰਦੇ।
ਕਿਉਂਕਿ ਉਹਦਾ ਇੱਕ ਮਾਲਕ ਹੁੰਦਾ ਸੀਐਮ ਦੇ ਖਾਤੇ 'ਚ ਆ ਗਏ। ਇਹ ਹੁਣ ਸੀਐਮ ਦੇ ਪ੍ਰੈਰੋਗੇਟਿਵ 'ਚ ਹੈ। ਸੀਐਮ ਸਾਹਿਬ ਚਾਹਣ ਤਾਂ ਮੈਨੂੰ ਦੇ ਦੇਣ, ਸੀਐਮ ਸਾਹਿਬ ਚਾਹੁੰਦਾ ਤੁਹਾਨੂੰ ਦੇ ਦੇਣ, ਸੀਐਮ ਸਾਹਿਬ ਚਾਹਣ ਤਾਂ ਸਕੂਲਾਂ ਨੂੰ ਦੇ ਦੇਣ, ਚਾਹੇ ਉਹ ਮਾਸਕ ਵੰਡ ਦੇਣ, ਉਹਨਾਂ ਦੇ ਪ੍ਰੀਵਿਊ 'ਚ ਹੈ। ਇਹਦੇ 'ਚ ਕੋਈ ਰੂਲ ਲਾਗੂ ਨਹੀਂ ਹੁੰਦਾ। ਸਰਕਾਰੀ ਪੈਸਾ ਹੁੰਦਾ, ਰੂਲ ਲਾਗੂ ਹੁੰਦਾ, ਪਰ ਇਹ ਲੋਕਾਂ ਦਾ ਪੈਸਾ, ਦਾਨ ਕੀਤਾ ਹੋਇਆ ਪੈਸਾ ਡਾਇਰੈਕਟ ਸੀਐਮ ਸਾਹਿਬ ਦੇ ਖਾਤੇ 'ਚ ਆਇਆ, ਕੋਈ ਰੂਲ ਨਹੀਂ ਲਾਗੂ ਹੁੰਦਾ। ਮੈਂ ਤਾਂ ਫਿਰ ਸੀਐਮ ਸਾਹਿਬ ਨੂੰ ਇਸ ਅਪੀਲ ਕਰਨਾ ਚਾਹੂੰਗਾ ਤੁਹਾਡੇ ਚੈਨਲ ਤੋਂ ਕਿ ਹਜੇ ਕੋਵਿਡ ਚੱਲ ਰਿਹਾ ਹੈ, ਲੋਕਾਂ ਨੂੰ ਮਾਸਕ ਦੀ ਲੋੜ ਹੈ, ਸੈਨੀਟਾਈਜ਼ਰ ਦੀ ਲੋੜ ਹੈ, ਖਾਣੇ ਦੀ ਲੋੜ ਹੈ, ਬਹੁਤ ਲੋੜਾਂ ਨੇ ਉਹਨੂੰ। ਇਸ ਪੈਸੇ ਨੂੰ ਬੈਂਕ ਅਕਾਊਂਟ 'ਚੋਂ ਕੱਢ ਕੇ ਲੋਕਾਂ ਦੀ ਲੋੜਾਂ ਵਿੱਚ ਖਰਚ ਕੀਤਾ ਜਾਵੇ। ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।